ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੁਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪੂਰੇ ਗੁਰ ਕੀ ਪੂਰੀ ਸੇਵਾ, ਆਪੇ ਆਪ ਵਰਤੈ। ਪੂਰੇ ਗੁਰ ਕੀ ਪੂਰੀ ਸੇਵਾ, ਆਪੇ ਆਪ ਵਰਤੈ ਸੁਆਮੀ। ਕਾਰਜ ਰਾਸ ਕੀਆ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਅੰਮ੍ਰਿਤ ਵੇਲੇ ਚੱਲ ਰਹੀ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਮਰਜ਼ਾਦਾ ਦੇ ਅਨੁਸਾਰ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਿ ਜਸ ਔਰ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਪਿਛਲੇ ਪੈਰਾਂ ਵਿੱਚ ਗੁਰ ਇਤਿਹਾਸ ਦੀਆਂ ਵਿਚਾਰਾਂ ਸੰਗਤਾਂ ਸਰਵਣ ਕਰਕੇ ਲਾਭ ਪ੍ਰਾਪਤ ਕਰਦੀਆਂ ਹਨ। ਬਾਣੀ ਦੀ ਵਿਚਾਰ ਦੇ ਨਾਲ ਨਾਲ
महाराज का जो पावन इतिहास है वो भी सुनना बड़ा जरूरी है, जिहदे नाल सानू दसां गुरु साहिबानां और गुरसिखां दे प्रसंग, खालसा पंथ दीयां कुर्बानियां और उन्हां दा पवित्र इतिहास सरवण करने दे नाल गुरसिख पंथ की महानता बारे, कुर्बानियां बारे, परोपकारां बारे जानकारी मिलती है, जिहदे प्रभाव दे नाल संगतां दे मन विच गुरु खालसा पंथ वास्ते शरधा पैदा हुंदी है। इस वास्ते इतिहास का सुनना ये भी बहुत जरूरी है। सो गुरु महाराज ने आप कृपा करदियां होया मर्यादा जो है बनाइया गुरु के पावन इतिहासक स्थान जहाँ जो संप्रदावां दे स्थान है उत्थे मर्यादा इस तरह ही चलदियां चलाउंदियां हन। वो गुरु महाराज ने बड़ी रहमत की है कि पवित्र अमृत रूप पावन गुरबाणी की विचार सरवण करन दा सुभागा समा प्यारियां संगतां नूं हर रोज़ भी प्राप्त हुंदा है। बहुत सारियां दर्शन वालियां संगतां भी समय दे नाल लाभ प्राप्त करदियां हन। धन धन साहिब श्री गुरु तेग बहादुर साहिब जी महाराज जी का 4 सदियां हो गईयां। पवित्र जो यादगारी अवतार पुरब है ये बीमारी के कारण जितना संगतां दे विच उत्साह प्यार से भावें मनां विच बड़ा उत्साह से समय के हालातां नूं मुख रखदियां होया पूरे शानो शौकत नाल नहीं मनाया जा सकिया। फिर भी जो संगतां दे हिरदियां विच गुरु घर का धन धन साहिब श्री गुरु तेग बहादुर साहिब जी महाराज जी के पावन चरनां का प्यार है, उसदे मुताबिक संगतां ने आपो अपनी शरधा दे नाल जिहड़ा स्थान भी नेड़े सी उस स्थान विखे जां घरां विच भी शरधा दे नाल महाराज की याद नूं मनां विच रखिया है। धन धन साहिब श्री गुरु हरगोबिंद साहिब जी महाराज, माता नानकी जी, अमृतसर साहिब की पावन धरती, गुरुद्वारा जो गुरु के महल पवित्र स्थान है, इस स्थान ते सतगुरु जी का अवतरण होया। इस धरती नूं भाग लाए और गुरु महाराज की देख रेख विच उन्हां और गुरु महाराज के हुक्मां विच ही आप जी ने जो गुरु घर की मर्यादा है उसके अनुसार नियमां का पालन करते रहे। कीर्त
ਗੁਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਗਦੀ ਦੇ ਸੁਭਾਏਮਾਨ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਬੇਨਤੀ ਕੀਤੀ। ਪਾਤਸ਼ਾਹ ਨੇ ਹੁਕਮ ਕੀਤਾ ਸਮੇਂ ਨਾਲ ਇਹਨਾਂ ਨੇ ਵੀ ਬਹੁਤ ਵੱਡੇ ਕਾਰਜ ਕਰਨੇ ਹਨ। ਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਸੁਭਾਏਮਾਨ ਹੋਣਗੇ। ਸੋ ਇਸ ਤਰ੍ਹਾਂ ਜੋ ਮਹਾਰਾਜ ਨੇ ਸ਼ਾਹਜਹਾਨ ਦੇ 4 ਜੰਗਾਂ, ਕਰਤਾਰਪੁਰ ਸਾਹਿਬ ਵਾਲੀ ਜੰਗ 'ਚ 9ਵੇਂ ਪਾਤਸ਼ਾਹ ਵੀ ਸ਼ਾਮਲ ਹੋਏ ਸੀ। ਬਾਬਾ ਸੂਰਜਮਲ ਦੇ ਮਾਤਾ ਜੀ, ਉਹਨਾਂ ਦੇ ਮਨ 'ਚ ਵੀ ਕੁਝ ਆਇਆ ਕਿ ਮੇਰੇ ਸਾਹਿਬਜ਼ਾਦੇ ਸੂਰਜਮਲ ਨੂੰ ਗੱਦੀ ਮਿਲਣੀ ਚਾਹੀਦੀ ਸੀ। ਜਦੋਂ ਮਹਾਰਾਜ ਨੇ ਸੂਰਜਮਲ ਜੀ ਨੂੰ ਪੁੱਛਿਆ, ਕਹਿਣ ਲੱਗੇ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਖੁਸ਼ ਹੋ ਗਏ, ਕਹਿੰਦੇ ਤੇਰੀ ਜਿਹੜੀ ਅੰਸ ਵੰਸ ਬਹੁਤ ਵਧੇ ਫੁੱਲੇ ਫੈਲੇਗੀ। ਉਹ ਬਚਨ ਮਹਾਰਾਜ ਦੇ ਪੂਰੇ ਹੋਏ। ਫਿਰ 8ਵੇਂ ਪਾਤਸ਼ਾਹ ਇਸ ਤਖ਼ਤ 'ਤੇ ਸੁਭਾਏਮਾਨ ਹੋਏ। ਦਿੱਲੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਕ ਗੁਰੂ ਦੂਏ ਗੁਰੂ ਦੇ ਲੜ ਲਾ ਕੇ ਫਿਰ ਸੱਚਖੰਡ ਜਾਂਦੇ ਸੀ। ਆਪ ਇਹਦੇ ਲੜ ਲਾ ਕੇ ਚੱਲੇ ਹੋ। 3 ਵਾਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਗੁਰੂ ਗ੍ਰੰਥ ਇਹ ਸ਼ਬਦ ਕਿਹਾ। ਕਹਿਣ ਲੱਗੇ ਮਹਾਰਾਜ ਆਪ ਦੇ ਬਚਨ ਬਿਲਕੁਲ ਸੱਤ ਹਨ। ਜਦੋਂ ਤੱਕ ਸਰਗੁਣ ਸਰੂਪ ਸਤਿਗੁਰੂ ਨਾਮ ਹੋਣ, ਕਈ ਵਾਰੀ ਲੋਕ ਬਾਣੀ ਦੇ ਅਰਥ ਆਪਣੇ ਗੁਰੂ ਦਾ ਦਰਸ਼ਨ ਹੋਣਾ ਵੀ ਬੜਾ ਜ਼ਰੂਰੀ ਲਾਭਕਾਰੀ ਹੈ। ਫਿਰ ਮਹਾਰਾਜ ਨੇ ਬਚਨ ਕੀਤੇ ਸੀ, ਬਾਬਾ ਵਸਹਿ ਬਕਾਲੇ ਬਾਨੁਗਰ ਸੰਗਤ ਸਗਲ ਸੰਭਾਲੇ। ਕਿਉਂਕਿ ਬਾਬਾ ਗੁਰਦਿੱਤਾ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਰਾ ਸਨ। ਪਰਿਵਾਰਕ ਤੌਰ 'ਤੇ ਬਾਬੇ ਲੱਗਦੇ ਸੀ, ਪਰ ਮਹਾਰਾਜ ਦੀ ਮੌਜ ਹਾਲੇ ਪ੍ਰਗਟ ਹੋਣ ਦੀ ਨਹੀਂ ਸੀ। ਔਰ 6ਵੇਂ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਮਾਤਾ ਨਾਨਕੀ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਹਾਰਾਜ 6ਵੇਂ ਪਾਤਸ਼ਾਹ ਦੇ ਹੁਕਮਾਂ ਦੇ ਨਾਲ ਬਾਬਾ ਬਕਾਲਾ ਸਾਹਿਬ, ਜੋ ਮਾਤਾ ਨਾਨਕੀ ਜੀ ਦਾ ਅਵਤਾਰ ਨਗਰ ਸੀ, ਸਤਿਗੁਰੂ ਜੀ ਦਾ ਨਾਨਕੇ ਪਿੰਡ ਸੀ, ਇੱਥੇ ਜਾਣ ਵਾਸਤੇ ਆਗਿਆ ਬਖਸ਼ੀ ਸੀ। ਇਸ ਪਵਿੱਤਰ ਧਰਤੀ 'ਤੇ ਆ ਕੇ ਮਹਾਰਾਜ ਨੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਵਿਸ਼ਰਾਮ ਰੱਖਿਆ। ਮਹਾਰਾਜ ਦਾ ਜੋ ਯਾਦਗਾਰੀ ਸਥਾਨ ਅੱਜ ਵੀ ਸੁਭਾਏਮਾਨ ਹੈ, 9 ਮੰਜ਼ਲਾ ਭੋਰਾ ਸਾਹਿਬ, ਜਿੱਥੇ ਸਤਿਗੁਰੂ ਜੀ ਸਮੇਂ ਦੇ ਨਾਲ ਇਕਾਂਤ ਬੈਠ ਕੇ ਆਪਣੇ ਨਿਜਾਨੰਦ ਵਿੱਚ ਲੀਨ ਹੁੰਦੇ ਸੀ। ਇਸ ਤਰ੍ਹਾਂ ਉੱਥੇ ਫਿਰ ਕਿਹਨੂੰ ਗੁਰੂ ਮੰਨਿਆ ਜਾਏ। ਇਹ ਮੱਖਣ ਸ਼ਾਹ ਲਵਾਣੇ ਦਾ ਬੇੜਾ ਬੰਨੇ ਲੱਗਣ ਤੋਂ ਜਦੋਂ ਇੱਥੋਂ ਆਏ, ਮੋਹਰਾਂ ਰੱਖ ਕੇ ਪਰਖਦਾ ਰਿਹਾ
ਕਿ ਨੌਵੇਂ ਪਾਤਸ਼ਾਹ ਜੀ ਨੇ ਮਨ ਦੀ ਭੇਦ ਦੀ ਸਾਰੀ ਗੱਲ ਦੱਸੀ। ਉਹਨਾਂ ਨੇ ਫਿਰ ਗੁਰੂ ਲਾਧੋਰੇ ਇਹ ਸ਼ਬਦ ਦੁਆਰਾ ਸੰਗਤਾਂ ਵਿੱਚ ਸੱਚੇ ਸਤਿਗੁਰਾਂ ਨੂੰ ਪ੍ਰਗਟ ਕੀਤਾ। ਫਿਰ ਮਹਾਰਾਜ ਦਰਬਾਰ ਸਾਹਿਬ ਆਏ। ਪੁਜਾਰੀਆਂ ਨੂੰ ਕੁਝ ਖਤਰਾ ਭਾਸਿਆ, ਦਰਵਾਜ਼ੇ ਬੰਦ ਕਰਕੇ ਚਲੇ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਥੜਾ ਸਾਹਿਬ ਸਥਾਨ ਹੈ, ਭੋਰਾ ਸਾਹਿਬ। ਇੱਥੇ ਮਹਾਰਾਜ ਕੁਝ ਸਮੇਂ ਦਰਸ਼ਨ ਦਿੰਦੇ ਰਹੇ। ਫਿਰ ਬੱਲੇ ਵੇਰ ਕੇ ਮਾਤਾ ਹਰੂ ਨੇ ਸੇਵਾ ਕੀਤੀ। ਬਚਨ ਵੀ ਕੁਝ ਕਰ ਗਏ ਸੀ। ਤੁਮ ਸੰਦਨ ਅੰਮ੍ਰਿਤ ਸਰੀਏ ਨੀ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਫਿਰ ਮਾਤਾਵਾਂ ਨੇ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਰਹਿਮ ਕਰੋ, ਕਿਰਪਾ ਕਰੋ, ਬਖਸ਼ਿਸ਼ ਕਰੋ। ਉਹਨਾਂ ਦੀ ਭਾਵਨਾ ਸ਼ਰਧਾ ਨੂੰ ਦੇਖ ਕੇ ਮਹਾਰਾਜ ਨੇ ਵਾਈਆਂ ਰੱਬ ਰਜਾਈਆਂ ਇਹ ਬਚਨ ਦਿੱਤੇ ਸੀ। ਫਿਰ ਮਹਾਰਾਜ ਜਦੋਂ ਉੱਥੋਂ ਪਰਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਾਤਾ ਜੀ ਦੇ ਡੋਲੇ। ਫਿਰ ਸਰੂਪ ਆਗਿਆ ਕਰ ਦਿੱਤੀ। ਅੱਜ ਉਹ ਸਰੂਪ ਧੀਰਮਲੀਆਂ ਦੇ ਪਾਸ ਹੈ। ਸੋ ਫਿਰ ਮਹਾਰਾਜ ਕੀਰਤਪੁਰ ਸਾਹਿਬ ਆਏ। ਇੱਥੇ ਵੀ ਕੋਈ ਈਰਖਾ ਵਾਲਾ ਵਾਤਾਵਰਨ ਦੇਖਿਆ। ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਚ ਮਹਾਰਾਜ ਨੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਂ 'ਤੇ ਨਾਨਕੀ ਚੱਕ ਕੇ ਨਗਰ ਵਸਾਇਆ। ਇਹ ਮਹਾਰਾਜਾ ਰਾਮ ਸਿੰਘ ਕਈ ਲਿਖਦੇ ਹੈ ਅਤੇ ਇਸ ਤਰ੍ਹਾਂ ਉਹਨਾਂ ਦੀ ਬੇਨਤੀ ਤੋਂ ਕਈਆਂ ਨੇ ਬਿਸ਼ਨ ਸਿੰਘ ਵਗੈਰਾ ਲਿਖਿਆ। ਔਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬੜਾ ਵਿਸਥਾਰ ਸੀ। ਉਹਨਾਂ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਸਤੇ ਵੀ ਮਹਾਰਾਜ ਨੇ ਫਿਰ ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਚਰਨ ਪਾਏ। ਸੰਗਤਾਂ ਨੂੰ ਨਜ਼ਰੋਂ ਨਜ਼ਰ ਨਿਹਾਲ ਕੀਤਾ। ਤ੍ਰਿਵੇਣੀ ਸੰਗਮ ਉਹ ਮਾਤਾ ਜੀ ਦੀ ਪੋਤਰੇ ਦੀ ਬੇਨਤੀ ਵਾਸਤੇ ਬੇਨਤੀ ਕੀਤੀ। ਇਸ ਯਾਦ ਵਿੱਚ ਅਖੰਡ ਪਾਠ ਸਾਹਿਬ ਹੋਇਆ ਔਰ ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਗੁਰਦਿੱਤਾ ਤੇ ਉਹਦਾ ਆਦਿਕ ਬੜੇ ਗੁਰਸਿੱਖ ਪਾਠ ਵਿੱਚ ਸ਼ਾਮਲ ਹੋਏ। ਫਿਰ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਮਹਾਰਾਜ ਇੱਧਰ ਆਸਾਮ ਢਾਕੇ ਵਗਾਲੇ ਵੱਲ ਗਏ। ਉੱਥੇ ਦੇ ਰਾਜਿਆਂ ਦਾ ਸਮਝੌਤਾ ਵਗੈਰਾ ਕਰਾਇਆ। ਇੱਥੇ ਹੀ ਮਹਾਰਾਜ ਨੂੰ ਦਸਮ ਗੁਰੂ ਜੀ ਦੇ ਅਵਤਾਰ ਦੀ ਖਬਰ ਮਿਲੀ। ਮਹਾਰਾਜ ਨੇ ਕੀਰਤਨ ਕਰਾਏ, ਤੋਪਾਂ ਦੀ ਛਲਕ, ਢਾਲਾਂ ਨਾਲ ਮਾਇਆ ਵੰਡੀ। ਫਿਰ ਮਹਾਰਾਜ ਵਾਪਸ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਹੋਏ ਵਾਪਸ ਅਨੰਦਪੁਰ ਸਾਹਿਬ ਆਏ। ਪਰਿਵਾਰ ਨੂੰ ਵੀ ਇੱਥੇ ਬੁਲਾ ਲਿਆ। ਫਿਰ ਅੰਗਰੇਜ਼ਾਂ ਵੱਲੋਂ ਮੰਦਰ ਢਾਹ ਕੇ ਮਸੀਤਾਂ ਬਣਾਉਣ ਦੇ ਹੁਕਮ ਹੋ ਗਏ। ਔਰ 1.25 ਮਣ ਜੰਝੂ ਉਤਾਰ ਕੇ ਵੀ ਪਾਣੀ ਪੀਣਾ। ਇਸ ਤਰ੍ਹਾਂ ਬੜਾ ਹੋਈਆਂ। ਇਹ ਕਿਰਪਾਚਾਰ ਅਤੇ ਸੁਪੂਰਨ ਦਾਸ ਵੱਖ-ਵੱਖ ਸੂਬਿਆਂ ਦੇ 900 ਵਿਦਵਾਨ ਬ੍ਰਾਹਮਣਾਂ ਦਾ ਡੈਪੂਟੇਸ਼ਨ ਪਹਿਲਾਂ ਇਹਨੇ ਮੋਹਲਤ ਲਈ
ਕਿਸੇ ਦੇਵੀ ਦੇਵਤੇ ਨੇ ਬਾਂਹ ਨਾ ਫੜੀ। ਅਖੀਰ ਮਾਖੋਵਾਲ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ, ਭੋਰਾ ਸਾਹਿਬ ਜਿੱਥੇ ਸਥਾਨ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ। ਉਦੋਂ ਪਰਿਵਾਰ ਨੂੰ ਵੀ ਬੁਲਾ ਲਿਆ ਸੀ। ਮਹਾਰਾਜ ਸੁਭਾਏਮਾਨ ਸੀ, ਸਾਹਿਬਜ਼ਾਦਾ ਜੀ ਆ ਗਏ। ਇਹ ਮਹਾਰਾਜ ਬੜੀ ਗੰਭੀਰ ਵਿਚਾਰ ਵਿੱਚ ਸੱਜ ਰਹੇ ਹੋ। ਕਹਿੰਦੇ ਇਹਨਾਂ ਬ੍ਰਾਹਮਣਾਂ ਨੂੰ ਇਹਨਾਂ ਦੇ ਧਰਮ ਦਾ ਖਤਰਾ ਹੈ, ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਸਾਹਿਬਜ਼ਾਦਾ ਜੀ ਨੇ ਕਿਹਾ, ਗੋਬਿੰਦ ਰਾਏ ਜੀ ਨੇ ਤੁਹਾਡੇ ਨੂੰ ਵੱਡਾ ਮਹਾਂਪੁਰਖ ਕੌਣ ਹੈ? ਇਸੇ ਕਾਰਜ ਵਾਸਤੇ ਆਪ ਆਏ ਹੋ। ਫਿਰ ਉਹਨਾਂ ਨੂੰ ਕਹਿ ਜਾਓ, ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਗੁਰੂ, ਉਹਨਾਂ ਨੂੰ ਮਿਲਾ ਲਓ ਜਿਵੇਂ ਕਹਿਣਗੇ। ਉਹਨਾਂ ਨੇ ਫਿਰ ਔਰੰਗਜ਼ੇਬ ਨੂੰ ਸਾਰੀ ਗੱਲ ਦੱਸੀ। ਉਹਨੂੰ ਹੋਇਆ ਤਾਂ ਵਧੀਆ ਵੀ ਇੱਕ ਨੂੰ ਮਨਾਉਣੇ ਨਾਲ ਸਾਰਾ ਕੰਮ ਬਣ ਜਾਏ। ਫਿਰ ਮਹਾਰਾਜ ਨੂੰ ਬੁਲਾਇਆ ਗਿਆ। ਮਹਾਰਾਜ ਰਸਤੇ ਜਾਂਦਿਆਂ ਵੀ ਬੇਅੰਤ ਪ੍ਰੇਮੀਆਂ ਦੇ ਉੱਤੇ ਬਖਸ਼ਾਂ ਕਰਦੇ। ਆਗਰੇ ਗਏ, ਉੱਥੋਂ ਪ੍ਰੇਮੀਆਂ ਦੀ ਚਾਂਦਨੀ ਚੌਕ ਇੱਥੇ ਨਜ਼ਰਬੰਦ ਰੱਖਿਆ ਗਿਆ। ਸ਼ਰਤਾਂ ਰੱਖੀਆਂ, ਸਲਾਮ ਕਬੂਲ ਕਰੋ, ਕਰਾਮਾਤ ਦਿਖਾਓ, ਨਹੀਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਇਹ ਰੋਜ਼ ਦਾ ਝੰਜਟ ਨਿਬੜ ਜਾਏ। ਧਰਮਾਂ ਮਜ਼੍ਹਬਾਂ ਦਾ ਮੈਂ ਦੋ ਤੋਂ ਇੱਕ ਕਰਨਾ ਚਾਹੁੰਦਾ। ਤੁਸੀਂ ਸਹਿਯੋਗ ਦਿਓ, ਜੇ ਮੰਨੋਗੇ ਅੱਗੇ ਤੁਹਾਨੂੰ ਇਹ ਹਿੰਦੂ ਸਿੱਖ ਫਿਰ ਸਾਰੇ ਮੰਨਣਗੇ। ਮਹਾਰਾਜ ਕਹਿੰਦੇ ਭਾਈ ਇਹ ਤਾਂ ਕਰਤੇ ਦੇ ਹੁਕਮ 'ਚ ਹੀ ਆ। ਸਵਾ ਬਣ ਮਿਰਚਾਂ ਫੂਕ ਲੈ, ਰਾਗ ਠੰਡੀ ਹੋਣ ਤੋਂ ਛਾਣ ਲਈ, ਤੈਨੂੰ ਉੱਤਰ ਮਿਲ ਜਾਏਗਾ। ਐਸਾ ਹੀ ਕੀਤਾ ਗਿਆ। 3 ਮਿਰਚਾਂ ਸਾਬਤ ਨਿਕਲੀਆਂ। ਕਹਿੰਦੇ ਸਾਤੋਂ ਬਾਅਦ ਹੁਣ ਤੀਸਰਾ ਖਾਲਸਾ ਪੰਥ ਪ੍ਰਗਟ ਕਰਨ ਵਾਲੇ ਆ ਰਹੇ ਹਨ। ਉਹਨਾਂ ਨੇ ਤਸੀਹੇ ਬਹੁਤ ਕੁਝ ਕੀਤਾ ਕਰਾਇਆ, ਲਾਲਚ ਵਗੈਰਾ ਵੀ। ਮਤੀ ਦਾਸ, ਉਹਨਾਂ ਨੂੰ ਆਰੇ ਨਾ ਚੀਰਿਆ ਗਿਆ। ਸਤੀ ਦਾਸ ਲੋਗੜ ਬਣ ਕੇ ਜਿੰਦੇ ਅਗਨ ਭੇਟ ਕੀਤੇ ਗਏ। ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ। ਗੁਰਸਿੱਖ ਵੀ ਧਰਮ ਕਰਮ ਵਿੱਚ ਪੂਰੇ ਰਹਿੰਦਿਆਂ ਸ਼ਹੀਦੀਆਂ ਦਿੱਤੀਆਂ। ਉਹਨਾਂ ਨੂੰ ਸੀ ਵੀ ਮਹਾਰਾਜ ਦੇ ਮਨ 'ਚ ਭੈ ਪੈਦਾ ਹੋਏਗਾ, ਪਰ ਪਾਤਸ਼ਾਹ ਦੇ ਵਚਨ ਸੀ, ਭੈ ਕਾਹੂ ਕੋ ਦੇਤ ਨੇ ਨਹਿ ਪੈ ਮਨ ਤਾਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਸਲੋਕ ਵੀ ਉੱਥੇ ਉਚਾਰੇ, ਜੈਜਾਵੰਤੀ ਰਾਗ ਵੀ ਉੱਥੇ ਉਚਾਰਿਆ ਗਿਆ। ਇਹ ਮਹਾਰਾਜ ਨੇ ਉੱਥੇ ਸ਼ਹੀਦੀ ਦਿੱਤੀ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕਿੰਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਡ ਨ ਦੀਆ, ਨਾਟਕ ਚੇਟ ਕੀਏ ਕੋ ਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਠੀਕਰ ਭੋਰ ਦਲੀਸ ਸਿਰ ਪਰਪੁਰ ਕੀਆ ਪਿਆ, तेग बहादुर के चल भयो जगत को शोक, है सब जग भयो, जय 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 सुरलोक। सो महाराज जी का ये 400 साला अवतारपुर मनाउण का गुरु खालसा पंथ नूं संगतां नूं देसां प्रदेसां 'च सुभाग प्राप्त होया। भावें 550 साला
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਪੁਰਬ ਵਾਂਗੂ ਬੜਾ ਭਾਰੀ ਉਤਸ਼ਾਹ ਸੀ। ਪਰ ਇਹ ਬਿਮਾਰੀ ਬੜੀ ਤੇਜ਼ ਰਫ਼ਤਾਰ ਨਾਲ ਸਾਰੇ ਸੰਸਾਰ 'ਤੇ ਆਪਣਾ ਪ੍ਰਭਾਵ ਬਣਾਈ ਬੈਠੀ ਹੈ। ਇੱਥੇ ਵੀ ਕੇਸ ਕਾਫੀ ਵਧੇ ਆ ਅਤੇ ਆਪਣੀ ਵੀ ਲਾਪਰਵਾਹੀ ਦੀ ਕੋਈ ਹੱਦ ਨਹੀਂ। ਪੜ੍ਹਦੇ ਸੁਣਦੇ ਵੀ ਹੈ, ਸਮਝਦੇ ਨਹੀਂ, ਪਰਹੇਜ਼ ਵੱਲ ਆਪਾਂ ਖਿਆਲ ਨਹੀਂ ਦਿੰਦੇ ਹੈਗੇ, ਜਿਹਦੇ ਕਾਰਨ ਦਿਨੋਂ ਦਿਨ ਇਹ ਅੰਕੜੇ ਕਾਫੀ ਵੱਧ ਰਹੇ। ਮੌਤਾਂ ਵੀ ਬੇਅੰਤ ਹੋ ਰਹੀਆਂ। ਅੱਗੇ ਤਾਂ ਪਤਾ ਨਹੀਂ ਸੀ ਲੱਗਦਾ ਹੁੰਦਾ, ਹੁਣ ਤਾਂ ਵਟਸਐਪਾਂ ਦੇ TV 'ਤੇ ਸਾਰਾ ਕੁਝ ਦੇਖੀ ਵੀ ਜਾਂਦੇ ਹਾਂ। ਫਿਰ ਵੀ ਆਪਾਂ ਇੰਨੇ ਲਾਪਰਵਾਹ ਹਾਂ, ਇਸ ਪਾਸੇ ਧਿਆਨ ਨਹੀਂ। ਇਸ ਵਾਸਤੇ ਇੱਧਰ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ। ਕਈਆਂ ਨੂੰ ਤਾਂ ਨਹੀਂ ਜੀ ਐਵੇਂ ਪ੍ਰਚਾਰ ਹੀ ਹੈ। ਸੋ ਇਸ ਵਾਸਤੇ ਸਮਾਗਮ ਤੇ ਹੋਏ ਹੈ, ਪਰ ਉਹ ਸੀਮਤ ਢੰਗ ਨਾਲ ਮਨਾਏ ਗਏ। ਪ੍ਰਬੰਧਕਾਂ ਦੀਆਂ ਵੀ ਮਜਬੂਰੀਆਂ ਸੀ। ਸਾਰਾ ਕੁਛ ਇਹ ਵਿਚਾਰ ਅਧੀਨ ਹੀ ਚਲਾ ਰਿਹਾ। ਸੋ ਆਓ ਅੰਮ੍ਰਿਤ ਵੇਲੇ ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਪਣੀ ਰਸਨਾ ਤੋਂ ਬਖਸ਼ਿਸ਼ ਕਰ ਰਹੇ ਹਨ। ਇਹ ਸਾਰੀ ਦੇਣ ਉਹਨਾਂ ਦੀ ਹੈ। ਸਾਰੇ ਗੁਰੂ ਸਾਹਿਬਾਂ ਦੀ, ਸੰਤਾਂ ਭਗਤਾਂ ਦੀ ਬਾਣੀ ਦਾ ਸੰਕਲਨ ਕਰਨਾ ਔਰ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇਣਾ ਔਰ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦੀ ਇਹ ਮਰਜ਼ਾਦਾ, ਕਥਾ ਕੀਰਤਨ ਦੀ ਪਰਪਾਟੀ, ਸੰਗਤ ਪੰਗਤ 'ਤੇ ਸਾਰੀ ਮਰਜ਼ਾਦਾ ਕਾਇਮ ਕਰਨੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਐਸਾ ਧਰੋਵਾ ਬੰਨ੍ਹਿਆ, ਫਿਰ ਸ਼ਹੀਦੀ ਦੇ ਕੇ ਕੌਮ ਦੇ ਵਿੱਚ ਜਾਗਰਤੀ ਪੈਦਾ ਕੀਤੀ। ਫਿਰ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਇਹ ਦੱਸਿਆ ਕਿ ਧਾਰਮਿਕ ਬੰਦੇ ਬਲਹੀਣ ਨਹੀਂ ਹੁੰਦੇ, ਬਲਸ਼ਾਲੀ ਹੁੰਦੇ ਆ। ਚਾਰ ਧਰਮ ਯੁੱਧ ਜਿਹਦੇ ਵਿੱਚ ਖਾਲਸੇ ਨੂੰ ਬੜੀਆਂ ਤਗੜੀਆਂ ਜਿੱਤਾਂ ਪ੍ਰਾਪਤ ਹੋਈਆਂ ਔਰ ਸਰਕਾਰ ਦਾ ਜਿਹੜਾ ਹੰਕਾਰ ਸੀ ਉਹ ਵੀ ਚੂਰਨ ਕਰਕੇ ਦਿਖਾਇਆ। ਦਸਮ ਪਾਤਸ਼ਾਹ ਨੇ ਤਾਂ ਫਿਰ ਕਮਾਲ ਹੀ ਕਰ ਦਿਖਾਈ, ਪੰਥ ਦੀ ਸਿਰਜਣਾ ਕਰਕੇ ਕਿਸ ਤਰ੍ਹਾਂ ਕੌਤਕ ਵਰਤਾਏ ਹਨ। ਪੰਜਮ ਪਾਤਸ਼ਾਹ ਜੀ ਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਇਹ ਖਾਲਸੇ ਪੰਥ ਦੀ ਸਿਰਜਣਾ ਦਸਮ ਗੁਰੂ ਜੀ ਨੇ ਕਰਕੇ ਵੈ ਪ੍ਰਗਟਿਓ ਮਰਦਾ ਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੀ ਕਿਰਪਾ ਕੀਤੀ। ਉਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਸਰੂਪ ਤਿਆਰ ਕਰਕੇ ਪ੍ਰਕਾਸ਼ ਕਰਨ ਦੀ ਮਰਜ਼ਾਦਾ ਆਪ ਕਾਇਮ ਕਰਕੇ ਗਏ ਹਨ ਔਰ ਸਾਰੀ ਬਾਣੀ ਵਿੱਚ ਅੱਧ ਨੂੰ ਵੱਧ ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਰੂਪ ਵਿੱਚ
ਪੂਰੇ ਗੁਰ ਕੀ ਪੂਰੀ ਸੇਵ। ਪੂਰੇ ਸਤਿਗੁਰਾਂ ਦੀ ਪੂਰੀ ਸੇਵ ਹੈ। ਅਧੂਰੇ ਦੀ ਸੇਵਾ ਕਰਕੇ ਕੀ ਮਿਲੇਗਾ? ਹੁਣ ਅੱਖ ਨੂੰ ਪਾਣੀ ਪਾਏਗਾ ਤੇ ਭਾਵਨਾ ਹੋਵੇ ਮੈਨੂੰ ਅੰਬ ਮਿਲ ਜਾਣੇ ਤਾਂ ਮੁਸ਼ਕਿਲ ਹੈ ਨਾ। ਇਸ ਤਰ੍ਹਾਂ ਅਧੂਰੇ ਦੀ ਸੇਵਾ ਵਿੱਚੋਂ ਭਾਵਨਾ ਰੱਖੇ ਕਿ ਮੈਨੂੰ ਇਹ ਵਸਤੂ ਮਿਲ ਜਾਏ, ਇਹ ਅਸੰਭਵ ਜਿਹੀ ਹੈ। ਪੂਰੇ ਸਤਿਗੁਰਾਂ ਦੀ ਜਿਹੜੀ ਸੇਵਾ ਉਹ ਪੂਰੀ ਹੁੰਦੀ ਹੈ, ਉਹ ਨਿਸ਼ਫਲ ਨਹੀਂ ਜਾਂਦੀ, ਫਲਦਾਈ ਹੁੰਦੀ ਹੈ। ਇਸ ਵਾਸਤੇ ਆਪ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਸੇਵਾ ਕੀਤੀ। ਹੋਰ ਕਿੰਨੇ ਗੁਰਸਿੱਖਾਂ ਨੇ ਸੇਵਾਵਾਂ ਕੀਤੀਆਂ। ਇਤਿਹਾਸ ਪੜ੍ਹਨ ਤੋਂ ਸਾਰੀ ਵਾਕਫੀ ਮਿਲਦੀ ਹੈ ਕਿ ਉਹਨਾਂ ਗੁਰਸਿੱਖਾਂ ਨੇ ਕਿਵੇਂ ਘਾਲਣਾ ਕੀਤੀਆਂ। ਪੂਰੇ ਸਤਿਗੁਰਾਂ ਨੇ ਉਹਨਾਂ 'ਤੇ ਕਿਸ ਤਰ੍ਹਾਂ ਹਰ ਪੱਖ ਦੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਇਸ ਲਈ ਮਹਾਰਾਜ ਕਿਰਪਾ ਕਰਦੇ ਹਨ। ਪੂਰੇ ਗੁਰੂ ਦੀ ਜਿਹੜੀ ਸੇਵਾ ਉਹ ਵੀ ਭਾਈ ਪੂਰੀ ਹੈ, ਅਧੂਰੇ ਤੋਂ ਪੂਰੀ ਨਹੀਂ ਨਾ ਪੈਂਦੀ। ਪੂਰਾ ਜੋ ਕਿਰਪਾ ਕਰਦਾ ਉਹਦਾ ਹਰ ਕਾਰਜ ਪੂਰਾ ਹੁੰਦਾ ਹੈ। ਪੂਰਾ ਫਲ ਦੇਣ ਵਾਲੀ ਹੁੰਦੀ ਹੈ। ਆਪੇ ਆਪ ਵਰਤੈ ਸੁਆਮੀ। ਸੁਆਮੀ ਜੋ ਸਾਰੇ ਸੰਸਾਰ ਦਾ ਨਾਥ ਮਾਲਕ, ਉਹ ਆਪਣੀ ਸੱਤਾ ਦੁਆਰਾ ਆਪ ਹੀ ਵਰਤ ਰਿਹਾ ਹੈ। ਉਹਦੀ ਜਿਹੜੀ ਕਲਾ ਉਹ ਆਪਣੀ ਹੀ ਕੰਮ ਕਰਦੀ ਹੈ। ਕਾਠ ਕੀ ਪੁੱਤਰੀ ਕਾਹ ਕਰੇ ਬਪਰੀ, ਖਲਾਵਨ ਹਾਰੋ ਜਾਨੈ। ਇਹ ਜੀਵਤ ਇੱਕ ਕਾਠ ਦੀਆਂ ਪੁਤਲੀਆਂ, ਇਹ ਕੀ ਕਰ ਕਰਾ ਸਕਦੇ ਹੈ। ਜਿਸ ਤਰ੍ਹਾਂ ਉਹਦੀ ਮੌਜ ਹੈ ਉਸੇ ਤਰ੍ਹਾਂ ਉਹ ਕਰ ਕਰਾ ਰਿਹਾ ਹੈ। ਇਸ ਵਾਸਤੇ ਆਪਣੀ ਸੱਤਾ ਦੁਆਰਾ ਇਹ ਸਾਰਿਆਂ ਨੂੰ ਸੱਤਾ ਸਫੁਰਤੀ ਦੇ ਕੇ ਸਾਰੇ ਕਾਰਜ ਕਰਦਾ ਕਰਾਉਂਦਾ ਹੈ। ਕਾਰਜ ਰਾਸ ਕੀਆ ਗੁਰਦੇਵ। ਜਦੋਂ ਗੁਰੂ ਦੇਵ ਜੋ ਪ੍ਰਕਾਸ਼ ਰੂਪ ਉਹਨਾਂ ਦੀ ਓਟ ਲੈ ਕੇ ਜਿਹੜਾ ਵੀ ਕਾਰਜ ਆਰੰਭਿਆ ਜਾਏ, ਉਹ ਗੁਰੂ ਮਹਾਰਾਜ ਕਿਰਪਾ ਕਰਕੇ ਉਸ ਕਾਰਜ ਨੂੰ ਪੂਰਾ ਕਰ ਦਿੰਦੇ ਹਨ। ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਹਿ ਸਾਖੀਐ। ਜਦੋਂ ਉਹਨੂੰ ਸਾਖੀ ਜਾਣ ਕੇ ਕੋਈ ਵੀ ਕਾਰਜ ਆਰੰਭ ਕੀਤਾ ਜਾਏ, ਬਿਘਨ ਕੋ ਲਾਗਤਾ ਪ੍ਰਭ ਪੈ ਅਰਦਾਸ, ਫਿਰ ਨਹੀਂ ਬਿਘਨ ਲੱਗਦਾ। ਜਦੋਂ ਉਹਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸਰੂਪ ਸਤਿਗੁਰੂ ਉਸ ਕਾਰਜ ਨੂੰ ਮਿਹਰ ਕਰਕੇ ਆਪ ਹੀ ਸੰਪੂਰਨ ਕਰ ਦਿੰਦੇ ਹਨ। ਕਿਉਂਕਿ ਪੂਰੇ ਦਾ ਆਰੰਭਿਆ ਹੋਇਆ ਕਾਰਜ ਅਧੂਰਾ ਨਹੀਂ ਨਾ ਰਹਿੰਦਾ। ਅਧੂਰਿਆਂ ਦੇ ਕੰਮ ਅਧੂਰੇ ਰਹਿ ਜਾਂਦੇ ਆ। ਬੜੀਆਂ ਆਸਾਂ ਨਹੀਂ, ਆਹ ਕਰਾਂਗੇ ਉਹ ਕਰਾਂਗੇ, ਵਿੱਚੇ ਮੌਤ ਹੋ ਗਈ, ਬਿਮਾਰੀ ਆ ਗਈ, ਹੋਰ ਵਿਘਨ ਆ ਗਿਆ। ਉਹ ਮਨ ਦੀਆਂ ਮਨ ਵਿੱਚ ਲੈ ਕੇ ਤੁਰਤ ਆ ਜਾਂਦੇ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜਨੋ ਤੀਰ ਸੇਵੇ, ਚੋਟੀ ਕਾਲ ਗਈ। ਕਾਲ ਨੇ ਫੜ ਲਿਆ ਕਿ ਵਿੱਚੇ ਛੱਡ ਕੇ ਤੁਰਤ ਆ ਗਏ। ਬੜੀਆਂ ਖਾਸ਼ਾਂ ਇਨਸਾਨ ਬਣਾਉਂਦਾ, ਕਰਾਂਗੇ ਇਸ ਤਰ੍ਹਾਂ ਕਰਾਂਗੇ, ਪਰ ਜਿਹੜਾ ਪੂਰਾ ਸਤਿਗੁਰੂ
ਜੋ ਕਰਨਾ ਚਾਹੁੰਦਾ, ਰੰਗ ਜੇਬ ਕਰਨਾ ਚਾਹੁੰਦਾ ਸੀ, ਦੋ ਤੋਂ ਇੱਕ ਕਰਨਾ। ਮਹਾਰਾਜ ਕਹਿੰਦੇ ਤੀਜਾ। ਫਿਰ ਦੇਖ ਲਓ ਬਹਾਦਰ ਸ਼ਾਹ ਸ਼ਰਨ ਆਇਆ, ਉਹਨੂੰ ਗੱਦੀ 'ਤੇ ਬਹਾਇਆ, ਬਚਨ ਲਏ ਸੀ, ਬਚਨਾਂ ਤੋਂ ਮੁੱਕਰ ਗਿਆ। ਫਿਰ ਬੰਦਾ ਬਹਾਦਰ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਕਰਤੀ, 5 ਸਿੰਘ ਦੇ ਦਿੱਤੇ, ਅਤੇ ਜੋ ਕਰਨਾ ਕਰਾਉਣਾ ਚਾਹੁੰਦੇ ਸੀ ਉਹ ਕਰਕੇ ਦਿਖਾਏ ਦਿੱਤਾ ਸੀ। ਕਿਉਂਕਿ ਪੂਰੇ ਸਤਿਗੁਰੂ ਜੋ ਕਰਨਾ ਚਾਹੁੰਦੇ ਆ ਉਹ ਸਮਰੱਥ ਹੈ, ਉਹ ਕਰਕੇ ਦਿਖਾ ਦਿੰਦੇ। ਦੁਨੀਆ ਹੈਰਾਨ ਹੁੰਦੀ ਇਹ ਕਿਵੇਂ ਹੋ ਗਿਆ। ਇਹ 850 ਸਾਲ ਦਾ ਮਿਲੇ ਦਿੱਤਾ ਇਨਕਲਾਬ, ਕਿਉਂਕਿ ਇਹ ਉਹਦੀ ਆਪਣੀ ਕਲਾ ਹੈ, ਸਮਰੱਥ ਸਤਿਗੁਰੂ ਦੀ। ਇਸ ਕਰਕੇ ਪੂਰੇ ਗੁਰਦੇਵ ਜੋ ਕਰਨਾ ਚਾਹੁੰਦੇ ਉਹ ਆਪਣੀ ਸੱਤਾ ਸਫੁਰਤੀ ਦੁਆਰਾ ਸਾਰਾ ਕਰ ਕਰਾ ਲੈਂਦੇ ਹਨ। ਵਿਸਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਦਿ ਮੱਧ ਪ੍ਰਭ ਅੰਤ ਸੁਆਮੀ। ਆਦਿ ਵਿੱਚ ਵੀ ਉਹੀ ਹੈ, ਮੱਧ ਵਿੱਚ ਵੀ, ਅੰਤ ਵਿੱਚ ਵੀ। ਉਹ ਸੁਆਮੀ, ਸਾਰਿਆਂ ਦਾ ਨਾਥ, ਮਾਲਕ। ਤਿੰਨਾਂ ਕਾਲਾਂ ਵਿੱਚ ਹਰ ਸਮੇਂ, ਸਤਿਯੁਗ ਲੈ ਲਓ, ਤ੍ਰੇਤਾ, ਦੁਆਪਰ, ਕਲਯੁਗ, ਕਦੇ ਵੀ ਉਹ ਸਾਰਿਆਂ ਸਮਾਂ ਵਿੱਚ ਆਪ ਹੀ ਵਰਤ ਰਿਹਾ। ਉਹਦੀ ਕਲਾ ਜਿਹੜੀ ਆਪਣੀ ਹੀ ਕੰਮ ਕਰਦੀ ਹੈ, ਉਹਦੀ ਮਹਿਮਾ ਬੜੀ ਹੈ। ਬੰਦੇ ਨੂੰ ਕਈ ਵਾਰੀ ਕੋਈ ਪੁੰਨ ਦੇ ਨਾਲ ਕੋਈ ਸੱਤਾ ਮਿਲ ਜਾਂਦੀ ਹੈ, ਉਹ ਫਿਰ ਕੱਪੜਿਆਂ ਤੋਂ ਬਾਹਰ ਹੋ ਜਾਂਦਾ, ਹੰਕਾਰ ਹਉਮੈ ਨਾਲ ਭਰ ਜਾਂਦਾ ਹੈ। ਪਰ ਉਹ ਕਈ ਵਾਰੀ ਫਿਰ ਐਸੀ ਲੀਲਾ ਵਰਤਾਉਂਦਾ ਕਿ ਹੈਰਾਨੇ ਹੋ ਜਾਈਦਾ। ਹੁਣ ਭਾਈ ਉਹ ਤਾਰਾ ਚੰਦ ਬਖਤਮਲ ਮਾਰਨ ਵਾਸਤੇ ਘੋੜੇ ਭੇਜੇ ਸੀ ਨਾ, ਉਹ ਲਾਹੌਰ ਬਾਦਸ਼ਾਹ ਨੇ ਕਾਬੂ ਕਰ ਲਏ। ਗੁਰਸਿੱਖਾਂ ਨੇ ਕਿਹਾ ਮਹਾਰਾਜ ਇਹ ਆਪ ਜੀ ਦੀ ਭੇਟਾ ਵਾਸਤੇ ਸੀ। ਕਹਿੰਦੇ ਘਬਰਾਓ ਨਾ, ਗੁਰੂ ਘਰ ਦੀ ਅਮਾਨਤ ਗੁਰੂ ਘਰ ਆ ਜਾਏਗੀ, ਤੁਹਾਡੀ ਸੇਵਾ ਤਾਂ ਕਬੂਲ ਹੀ ਹੈ। ਉਸ ਵੇਲੇ ਮਹਾਰਾਜ ਰੂਪੇ ਪਿੰਡ ਸੀ ਮਾਲਵੇ 'ਚ, ਭਾਈ ਯੋਧ ਰਾਏ ਇੱਥੋਂ ਫਿਰ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ। ਪਹਿਲਾਂ ਉਹ ਕਸੇਰਾ ਬਣ ਕੇ ਲਿਆਏ, ਦੂਜੀ ਵਾਰੀ ਫਿਰ ਅਮਲੀਏ ਬਣ ਕੇ ਲਿਆਏ ਸੀ। ਅਤੇ ਦੱਸ ਕੇ ਪਹਿਲਾ ਘੋੜਾ ਮੈਂ ਲੱਗਿਆ, ਦੂਜਾ ਵੀ ਲੈ ਚਲਿਆ, ਮੇਰਾ ਇਹ ਨਾਂ ਆ, ਅਤੇ ਫਲਾਣੇ ਥਾਂ ਲਿਜਾ ਰਹੇ ਹਾਂ। ਹੁਣ ਦੇਖ ਲਓ ਬਾਦਸ਼ਾਹ ਵੀ ਦਰੋਗੇ ਦਰਾਗੇ ਸੌਂਦੇ ਖਾਂ, ਕਿੰਨੇ ਕਿਲਿਆਂ ਦੁਆਲੇ ਬਾਦਸ਼ਾਹ ਦੇ ਪਹਿਰੇ ਪੂਰੇ ਹੁੰਦੇ ਆ। ਇੱਕੋ ਹੀ ਸਿੱਖ ਤੋਂ ਕਲਾ ਰੱਖ ਕੇ ਐਸਾ ਕੰਮ ਕਰਾਇਆ, ਹੈਰਾਨ ਹੋ ਗਿਆ ਕਿਵੇਂ। ਫਿਰ ਮਹਾਰਾਜ ਕਹਿੰਦੇ ਬਈ ਹੁਣ ਤਾਂ ਯੁੱਧ ਦੀ ਵੀ ਤਿਆਰੀ ਕਰਨੀ ਚਾਹੀਦੀ ਹੈ। ਇਹ ਯੁੱਧ ਵੀ ਹੋਇਆ, ਉਹਦੇ ਵਿੱਚ ਵੀ ਮਹਾਰਾਜ ਨੇ ਸਿੱਖਾਂ ਨੂੰ ਕੈਸੀ ਵਿਜੈ ਦਿੱਤੀ। ਸੋ ਇਸ ਵਾਸਤੇ ਉਹਨਾਂ ਦੀ ਜਿਹੜੀ ਕਲਾ ਬੜੀ ਅਨੋਖੀ ਹੈ। ਇੱਕ ਸਿੱਖ ਦੁਆਰਾ ਕਿੱਡੇ ਕਿੱਡੇ ਕੰਮ ਕਰਾ ਦਿੰਦੇ, ਉਹ ਕਲਾ ਉਹਨਾਂ ਦੀ ਆਪਣੀ ਹੈ। ਮਹਾਰਾਜ ਬਾਬਾ ਬਿਧੀ ਚੰਦ ਕੇ ਮਹਾਰਾਜ ਮੈਂ 5.25 ਰੁਪਏ ਦੀ ਦੇਗ ਸੁੱਖੀ ਸੀ। ਮਹਾਰਾਜ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੀ ਬਹੁਤ ਸੰਗਤ ਜੁੜ ਜੜਾ ਗਈ। ਫਿਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਸਾਰੀ ਆਪ ਜੀ ਦੀ ਕਲਾ ਵਰਤੀ ਹੈ।
ਤੇ ਮਹਾਰਾਜ ਨੇ ਵੀ ਖੁੱਲ੍ਹੇ ਗੱਫੇ ਵਰਤਾਓ। ਉਧਰ ਫਿਰ ਫੌਜਾਂ ਵੀ ਚੜ੍ਹ ਕੇ ਆਈਆਂ। ਤੇ ਪਹਿਲਾਂ ਰਾਏ ਯੋਧ ਨੂੰ ਪੁੱਛਿਆ, ਮਹਾਰਾਜ ਕਹਿਣ ਲੱਗੇ ਕਿਵੇਂ? ਕਹਿੰਦੇ ਮਹਾਰਾਜ ਹੁਣ ਯੁੱਧ ਤੇ ਹੋਣਾ ਹੀ ਆ, ਜੰਗਲ ਦੇ ਕਿਨਾਰਾ ਕਰ ਲਈਏ, ਪਾਣੀ ਪੂਣੀ ਮਿਲੇਗਾ ਨਹੀਂ, ਆਪੇ ਚਲਾ ਜਾਣਗੇ। ਕਹਿੰਦੇ ਨਹੀਂ ਵੀ ਇਹ ਗੱਲ ਠੀਕ ਨਹੀਂ, ਸੂਰਮਿਆਂ ਦਾ ਕੰਮ ਐਸਾ ਨਹੀਂ ਟਾਲਾ ਵਟਿਆ ਜਾਏ, ਇਹ ਤਾਂ ਹੁਣ ਯੁੱਧ ਕਰਨਾ ਹੀ ਪਏਗਾ। ਇਹਨਾਂ ਦੇ ਮਨ ਦਾ ਗੁਮਾਨ ਇਹ ਢਾਹ ਢੇਰੀ ਕਰਨਾ ਹੀ ਪੈਣਾ ਹੈ। ਕਿਹੜੀ ਜਗ੍ਹਾ? ਫਿਰ ਉਹ ਜਗ੍ਹਾ ਨਿਸ਼ਚਿਤ ਹੋਈ। ਕਿ ਯੋਧ ਰਾਏ ਵੀ ਬੜਾ ਖੁਸ਼ ਹੋਇਆ ਕਿ ਮਹਾਰਾਜ ਐਸਾ ਹੀ ਇਹ ਤੁਹਾਨੂੰ ਹੀ ਬਣ ਆਉਂਦਾ, ਅਤੇ ਦਾਸ ਵੀ ਤੁਹਾਡੀ ਸੇਵਾ ਵਿੱਚ ਤਤਪਰ ਹਾਜ਼ਰ। ਐਸਾ ਹੋਇਆ। ਸੋ ਇਸ ਵਾਸਤੇ ਮਹਾਰਾਜ ਸਮਰੱਥ ਜੋ ਕਰਨਾ ਕਰਾਉਣਾ ਚਾਹੁੰਦੇ ਹੈ ਉਹ ਕਰਾ ਲੈਂਦੇ। ਇਹ ਤਾਂ ਛੋਟੀ ਛੋਟੀਆਂ ਗੱਲਾਂ, ਹਰਨ ਭਰਨ ਜਾਂ ਕਾ ਨੇਤਰ ਫੋਰ ਹੈ, ਇਹ ਤਾਂ ਲੋਕਾਂ ਵਿੱਚ ਜਿਹੜੀ ਕਾਇਰਤਾ ਆਈ ਸੀ ਦੂਰ ਕਰਨ ਵਾਸਤੇ, ਸੂਰਬੀਰਤਾ ਪੈਦਾ ਕਰਨ ਵਾਸਤੇ, ਜ਼ਾਲਮ ਰਾਜਾਂ ਦਾ ਹੰਕਾਰ ਤੋੜਨ ਵਾਸਤੇ ਮਹਾਰਾਜ ਐਸੇ ਕੌਤਕ ਰਚਦੇ ਆ। ਉਹ ਤਾਂ ਕਰਨ ਕਰਾਉਣ ਲਈ ਆਪੇ ਹੀ ਸਮਰੱਥ ਹਨ, ਪਰ ਸਾਨੂੰ ਕਲਾ ਦੇਣ ਵਾਸਤੇ ਉਹਨਾਂ ਨੇ ਸਾਰੀ ਖੇਲ ਖੇਲੀ, ਕੌਤਕ ਕਰਦੇ ਹਨ। ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪਣਾ ਠਾਠ ਬਣਾਇਓ ਆਪ। ਇਹ ਸਾਰੇ ਸੰਸਾਰ ਦਾ ਠਾਠ ਉਹਨੇ ਆਪੇ ਬਣਾਇਆ। ਇਹ ਰਚਨਾ ਉਹਨੇ ਆਪੇ ਹੀ ਰਚਾਈ ਹੋਈ ਹੈ। ਇਹ ਰਚਨਾ ਨੂੰ ਰਚਾਉਣ ਵਾਲਾ ਆਪੇ ਹੀ ਹੈ। ਕਈ ਵਾਰੀ ਤਾਂ ਇਕੱਲਾ ਹੀ ਹੋ ਜਾਂਦਾ ਨਿਰਗੁਣ, ਕਈ ਵਾਰੀ ਆਪਣੀ ਮਾਇਆ ਦੁਆਰਾ ਆਪਣੀ ਮਾਇਆ ਪਸਾਰੀ ਆਪੇ ਵੇਖਣਹਾਰਾ ਬਣ ਜਾਂਦਾ। ਇਹ ਸਾਰਾ ਠਾਠ ਉਸੇ ਦਾ ਬਣਾਇਆ ਹੋਇਆ। ਕੋਈ ਆਂਡਿਆਂ ਤੋਂ ਸ੍ਰੇਸ਼ਟੀ ਹੈ, ਕੋਈ ਜ਼ੇਰ ਤੋਂ ਹੈ, ਕੋਈ ਪਸੀਨੇ ਤੋਂ ਹੈ, ਔਰ ਕੋਈ ਉਤਪਜ ਖਾਣੀ ਦੁਆਰਾ ਹੈ। ਇਹ ਖਾਣੀਆਂ ਬਾਣੀਆਂ ਬੈਖਰੀ ਹੈ, ਔਰ ਮਧਮਾ ਸ਼ਾਂਤੀ ਪਰਾਦਿਕ ਪੰਜ ਤੱਤ ਹੈ, ਤਿੰਨ ਗੁਣ ਹੈ। ਹੈ ਬਾਕੀ ਬੁੱਧੀਜੀਵੀਆਂ ਨੇ ਤੇ ਆਪੋ ਆਪਣੀ ਅਕਲ ਦੇ ਘੋੜੇ ਬਹੁਤ ਦੜਾਏ ਨਾ, ਕੋਈ ਕਰਤਾ ਕੁਰਤਾ ਨਹੀਂ ਕਹਿੰਦੇ। ਬਾ ਘਾਹ ਤੋਂ ਘਾਹ ਹੋਈ ਜਾਂਦਾ, ਅੰਨ ਤੋਂ ਅੰਨ ਹੋਈ ਜਾਂਦਾ। ਇਸ ਤਰ੍ਹਾਂ ਬੰਦਿਆਂ ਤੋਂ ਬੰਦੇ, ਪਸ਼ੂਆਂ ਕੀੜੇ ਮਕੌੜਿਆਂ ਤੋਂ ਹੋਈ ਜਾਂਦੇ ਆ। ਕੋਈ ਤੱਤਾਂ ਤੋਂ, ਕੋਈ ਪਰਮਾਣੂਆਂ ਤੋਂ ਮੰਨਣ ਡਿਆ, ਕੋਈ ਪੁਰਖ ਪ੍ਰਕਿਰਤੀ ਦੀ ਗੱਲ ਕਰ ਰਿਹਾ ਹੈ। ਅਤੇ ਮਹਾਰਾਜ ਨੂੰ ਪੁੱਛਿਆ, ਉਹ ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਦੂਏ ਨਾਲ ਸਿਆਣੇ ਬਣ ਲਈ ਆਪਣੇ ਅਕਲ ਦੇ ਘੋੜੇ ਦੜਾਈ ਜਾਂਦੇ ਨਾ, ਇਉਂ ਨਹੀਂ ਐਸੇ ਹੈ। ਦਸਮ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਪਿਨ ਪਿਨ ਤੁਹੇ ਤੇਤੀ। ਤੁਮਰਾ ਲਖਾ ਨ ਜਾਹੇ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਉਸ ਵੇਲੇ ਕਿਹੜਾ ਰੱਬ ਦੇ ਕੋਲ ਕੋਈ ਬੈਠਾ ਸੀ ਜਿਹੜਾ ਦੇਖਦਾ ਸੀ ਉਹ ਕਿਵੇਂ ਕਰਦਾ ਸੀ। ਇਹ ਤਾਂ ਸਾਰੀ ਉਹਦੀ ਆਪਣੀ ਲੀਲਾ ਹੈ, ਉਹ ਆਪੇ ਚੋਜ ਵਰਤਾ ਰਿਹਾ ਹੈ। ਆਪਣੇ ਸੇਵਕ ਕੀ ਆਪੇ ਰੱਖੈ। ਹਾਂ, ਜਦੋਂ ਬਿਧੀ ਚੰਦ ਘੋੜਾ ਲੈ ਕੇ ਆਇਆ, ਇਹੀ ਸ਼ਬਦ ਪੜ੍ਹਦਾ ਆਇਆ ਸੀ ਨਾ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉੱਠ ਧਾਵੈ। ਸੇਵਕ ਉਹ ਨਿਕਟੀ ਹੋਏ ਦਿਖਾਵੈ। ਅਤੇ ਅਸੀਂ ਜੇ ਮਾੜਾ ਜਿਹਾ ਕੋ
ਪਰ ਜਿਹੜਾ ਗੁਰਸਿੱਖ ਉਹ ਐਸਾ ਨਹੀਂ। ਉਹ ਕਹਿੰਦਾ ਇਹ ਤਾਂ ਸਤਿਗੁਰੂ ਆਪ ਹੀ ਕਰ ਰਹੇ ਆ, ਇਹ ਉਹਨਾਂ ਦੀ ਆਪਣੀ ਕਲਾ ਹੀ ਵਰਤ ਰਹੀ ਹੈ, ਸਾਨੂੰ ਤਾਂ ਮਾਣ ਸਤਿਕਾਰ ਵਡਿਆਈ ਦੇ ਰਹੇ ਆ, ਇਹ ਮਹਾਰਾਜ ਆਪ ਹੀ ਖੇਲ ਖੇਲਦੇ ਆ। ਹਾਂਜੀ, ਫਿਰ ਪੜ੍ਹੋ। ਆਪਣੇ ਸੇਵਕ ਕੀ ਆਪੇ ਰੱਖੈ। ਜਿਹੜਾ ਉਹਦਾ ਸੇਵਕ ਬਣ ਜਾਂਦਾ, ਪਹਿਲਾਂ ਤਾਂ ਸੇਵਕ ਹੀ ਨਹੀਂ ਬਣਦੇ। ਅੱਜ ਕੱਲ੍ਹ ਤਾਂ ਸੁਆਮੀ ਬਣਨ ਦੀ ਇੱਛਾ ਬਹੁਤ ਭੁੱਖ ਆ। ਕੋਈ ਤੇ ਗੁਰੂ ਬਣ ਕੇ, ਕੋਈ ਜਥੇਦਾਰ, ਕੋਈ ਪ੍ਰਧਾਨ ਸਾਹਿਬ, ਕੋਈ ਹੋਰ ਮੁਖੀ ਆ ਫਲਾਨੀ ਸੰਸਥਾ ਦਾ। ਉਹ ਡੰਬ ਦਾ ਰੂਪ ਰੇਖਾ ਜੁਦੀ ਜੁਦੀ ਹੈ। ਡੰਬ ਚਾਰ ਚੁਫੇਰੇ ਚੱਲ ਰਿਹਾ, ਇੱਕ ਦੁਆ ਇੱਕ ਦੂਏ ਨੂੰ ਕਹਿ ਰਿਹਾ ਇਹ ਡੰਬੀ ਹੈ। ਡੰਬੀ ਸਾਰੇ ਬਣੇ ਹੋਏ ਹੈ, ਆਪੋ ਆਪਣੀ ਮਨੌਤ ਦੀ ਰੂਪ ਰੇਖਾ ਵੱਖਰੋ ਵੱਖਰੀ ਬਣਾ ਲਈ ਹੈ, ਖੜੇ ਉੱਥੇ ਹੀ ਹੈ। ਇਸ ਵਾਸਤੇ ਜਿਹੜਾ ਗੁਰਮੁਖ ਪਿਆਰਾ ਉਹਦੀ ਲੀਲਾ ਤਾਂ ਵੱਖਰੀ ਹੈ। ਉਹ ਕਹਿੰਦੇ ਜਿਹੜਾ ਗੁਰੂ ਉਹ ਆਪਣੇ ਸੇਵਕ ਵਿੱਚ ਆਪਣੀ ਕਲਾ ਆਪ ਵਰਤਾਉਂਦਾ, ਉਹ ਹਉਮੈ ਨਹੀਂ ਧਾਰਦਾ, ਉਹ ਦਾਸ ਬਣ ਕੇ ਚੱਲਦਾ। ਇਹ ਪੰਥ ਬਣਾਇਆ ਸੀ ਦਾਸਾਂ ਦਾ, ਮੂੰਹ ਨਾਲ ਦਾ ਦਾਸ ਕਹਿਣਗੇ, ਅੰਦਰੋਂ ਭੁੱਖ ਚੌਧਰਪਣੇ ਦੀ ਹੁੰਦੀ ਹੈ। ਅੰਦਰ ਨਹੀਂ ਦਾਸ ਵਾਲਾ ਭਾਵ, ਜੇ ਅੰਦਰ ਦਾਸ ਵਾਲਾ ਭਾਵ ਆ ਜਾਏ, ਜੋੜੇ ਝਾੜਨੇ, ਭਾਂਡੇ ਮਾਂਜਣੇ, ਪੋਚਾ ਲਾਉਣਾ, ਆਟਾ ਗਰੀਬ ਗੁਰਵੇ ਵਾਸਤੇ ਹੀ ਰਹਿ ਗਿਆ। ਜ਼ਿਆਦਾ ਪੜ੍ਹਾਕੂ ਬੁੱਧੀਜੀਵੀ ਜਾਂ ਜ਼ਿਆਦਾ ਅਮੀਰ ਵਜ਼ੀਰ ਲੋਕ ਜਿਹੜੇ, ਉਹ ਤਾਂ ਇਹਦੇ ਹੱਤਕ ਸਮਝਦੇ ਆ। ਉਹ ਤਾਂ ਸੰਗਤ 'ਚ ਬਹਿ ਕੇ ਕਥਾ ਕੀਰਤਨ ਸੁਣਨਾ ਵੀ ਚੰਗਾ ਨਹੀਂ ਸਮਝਦੇ। ਮੈਂ ਐਡਾ ਵੱਡਾ, ਮੈਂ ਸੰਗਤ ਵਿੱਚ ਬੈਠਾ। ਇਹ ਸਾਡੇ ਵਿੱਚ ਬੜੀਆਂ ਕਮੀਆਂ ਕਮਜ਼ੋਰੀਆਂ ਆਈਆਂ, ਪਰ ਸਤਿਗੁਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਸੀ, ਸੰਗਤ ਦੇ ਵਿੱਚ ਬਰਾਜਦੇ ਸੀ, ਬਖਸ਼ਾਂ ਵੰਡਦੇ ਸੀ। ਹਾਂਜੀ, ਪੜ੍ਹੋ। ਪ੍ਰਭ ਮੇਰੇ ਕੋ ਵੱਡ ਪ੍ਰਤਾਪ। ਮੇਰਾ ਜਿਹੜਾ ਪ੍ਰਭੂ ਕਹਿਣ ਲੱਗੇ ਵਿਧੀ ਚੰਦ ਸੁਣਾ, ਤੂੰ ਕਿਵੇਂ ਕਿਵੇਂ ਕਰਕੇ ਲਿਆਇਆ, ਉਹ ਸਾਰਾ ਸੁਣਾਇਆ। ਸਿੰਘ ਕਹਿਣ ਲੱਗੇ ਵਿਧੀ ਚੰਦ ਤੂੰ ਹੀ ਐਸਾ ਕੰਮ ਕਰ ਸਕਦਾ। ਕਹਿੰਦੇ ਨਹੀਂ, ਮੈਂ ਨਹੀਂ, ਇਹ ਸਾਰਾ ਕਾਰਜ ਛੇਵੇਂ ਪਾਤਸ਼ਾਹ ਆਪ ਹੀ ਕਰਾ ਰਹੇ ਹੈ। ਕਹਿੰਦੇ ਬਸ ਇਹੀ ਬਰਕਤ ਹੈ। ਜਦੋਂ ਸਿੱਖ ਦੇ ਅੰਦਰ ਇਹ ਭਾਵਨਾ ਬਣ ਗਈ ਕਿ ਮਹਾਰਾਜ ਮਿਹਰ ਕਰਦੇ ਹੈ, ਫਿਰ ਹਉਮੈ ਕਿੱਥੇ ਪੈਦਾ ਹੋਏਗੀ। ਅਤੇ ਜਿੱਥੇ ਹਉਮੈ ਦਾ ਬੀਜ ਨਹੀਂ, ਉੱਥੇ ਨਾਮ ਆ ਜਾਂਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਅਤੇ ਨਾਮ ਦੋ ਇਕੱਠੇ ਨਹੀਂ ਨਾ ਰਹਿੰਦੇ। ਜਿੱਥੇ ਹਉਮੈ ਆ ਗਈ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਗਿਆ ਉੱਥੇ ਫਿਰ ਹਉਮੈ ਨਹੀਂ ਰਹਿੰਦੀ। ਇਸ ਕਰਕੇ ਐਸਾ ਦੱਸਦੇ ਹਨ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ। ਸਤਿਗੁਰੂ ਕੌਣ ਹੈ? ਉਹ ਪਾਰ ਬ੍ਰਹਮ ਪਰਮੇਸ਼ਰ, ਉਹਨਾਂ ਦਾ ਕੋਈ ਭੇਦ ਹੀ ਨਹੀਂ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿ। ਭਾਈ ਗੁਰਦਾਸ ਸਾਹਿਬ ਕਾਸ਼ੀ ਗਏ, ਉੱਥੇ ਦੇ ਪੰਡੇ ਜਿੰਨੇ ਸੀ ਵਿਦਵਾਨ ਇਕੱਠੇ ਹੋ ਕੇ ਆ ਗਏ। ਭਾਈ ਗੁਰਦਾਸ, ਤੂੰ ਦਿਨ ਰਾਤ ਸਤਿਗੁਰੂ ਸਤਿਗੁਰੂ ਰੱਟ ਲਾਈ ਹੋਈ ਹੈ। ਇਹ ਕਾਸ਼ੀ ਜਿਹੜਾ ਸ਼ਹਿਰ ਹੈ, ਇਹ ਸ਼ਿਵ ਜੀ ਦਾ ਵਸਾਇਆ ਹੋਇਆ। ਸ਼ਿਵ ਜੀ ਤਾਰਕ ਮੰਤਰ ਦਿੰਦੇ, ਉਹ ਮੁਕਤ ਹੋ ਜਾਂਦਾ। ਤੁਸੀਂ ਹੁਣ ਆ ਸਤਿਗੁਰੂ ਸਤਿਗੁਰੂ ਵਾਲੀ ਗੱਲ ਛੱਡ ਦਿਓ। ਤੁਸੀਂ ਹੁਣ ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ਜਪਿਆ ਕਰੋ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਮੇਰੇ ਇੱਕ ਬਚਨ ਦਾ ਉੱਤਰ ਦੇ ਦਿਓ, ਉਸ ਤੋਂ ਫਿਰ ਗੱਲ ਗਾਂਹ ਕਰਾਂਗੇ। ਕਹਿਣ ਲੱਗੇ ਦੱਸੋ। ਜਿਹੜੀ ਪਤੀ ਵਰਤਾ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਪਰਪੁਰਖ ਦਾ ਨਾਮ ਜਪੇ, ਉਹਨੂੰ ਕੀ ਕਿਹਾ ਜਾਂਦਾ? ਕਹਿੰਦੇ ਉਹਨੂੰ ਬੇਵਿਚਾਰਨੀ ਕਿਹਾ ਜਾਂਦਾ।
ਕਹਿੰਦੇ ਜਿਹੜਾ ਆਪਣੇ ਸਤਿਗੁਰੂ ਨੂੰ ਛੱਡ ਕੇ ਦੂਏ ਨੂੰ ਕਰੇਗਾ ਉਹ ਫਿਰ ਕੀ ਬਣੇਗਾ। ਪੰਡੇ ਬੜੇ ਸ਼ਰਮਿੰਦੇ ਹੋਏ ਅਤੇ ਭਾਈ ਗੁਰਦਾਸ ਸਾਹਿਬ ਨੇ ਆਪਣੀ ਵਿਦਿਆ ਦੇ ਨਾਲ ਐਸਾ ਪ੍ਰਭਾਵ ਬਣਾਇਆ। ਕਾਸ਼ੀ ਦਾ ਰਾਜਾ 700 ਪੰਡਾ ਜਿਹੜਾ ਬੜਾ ਵਿਦਵਾਨ ਕਹਾਉਂਦਾ ਸੀ, ਸਾਰੇ ਗੁਰੂ ਨਾਨਕ ਪਾਤਸ਼ਾਹ ਦੀ 6ਵੇਂ ਪਾਤਸ਼ਾਹ ਦੀ ਕਿਰਪਾ ਨਾਲ ਚੇਲੇ ਬਣਾ ਲੈ। ਸਾਰੇ ਕਾਸ਼ੀ ਦੇ ਵਿੱਚ ਹੀ ਐਸਾ ਪ੍ਰਭਾਵ ਬਣਾਇਆ ਕਿਉਂਕਿ ਉਹਨਾਂ ਦੇ ਅੰਦਰ ਬਰਕਤ ਸੀ ਨਾਮ ਦੀ, ਬਾਣੀ ਦੀ, ਔਰ ਵਿਦਵਤਾ ਵੀ ਸੀ ਅਤੇ ਨਾਲ ਗੁਰਸਿੱਖੀ ਅਤੇ ਮਹਾਰਾਜ ਦੀ ਰੂਹਾਨੀ ਬਖਸ਼ਿਸ਼ ਵੀ। ਸੋ ਇਸ ਵਾਸਤੇ ਅੱਜ ਅਸੀਂ ਆਪੇ ਹੀ ਸਿੱਖ ਬਣਨ ਲਈ ਤਿਆਰ। ਲੋੜ ਪਈ ਹੋਈ ਉਹ ਤੁਹਾਡੇ ਸਾਹਮਣੇ ਹੀ ਹੈ ਅਤੇ ਮਹਾਰਾਜ ਜੀ ਕੋਈ ਮਿਹਰ ਕਰੇ ਤਾਂ ਸ਼ਾਇਦ, ਨਹੀਂ ਤਾਂ ਇਸ ਵੇਲੇ ਤਾਂ ਐਸਾ ਅਠਬਲ ਦਾ ਸੁਹਾਗਾ ਫਿਰ ਰਿਹਾ। ਮਾਝਾ ਮਲੀਆਂ ਮੇਟ ਦੁਆਬਾ ਦਲੀਆ ਮਾਲਵਾ ਦੁਫਾੜ ਵਾਲੀ ਗੱਲ ਬਣੀ ਹੋਈ ਹੈ। ਸਿੱਖੀ ਸੁੱਖੀ ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਪਾਸੇ ਨੂੰ ਲੋਕ ਤੁਰੇ ਹੋਏ ਹੈ, ਅਤੇ ਬਾਕੀ ਗੁਰੂ ਦੀ ਕਿਰਪਾ ਨਾਲ ਹੀ ਹੈ। ਦਾਵਾਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਹਰੇ ਹੋਰੀ, ਜਿਹਨੂੰ ਮਾਰਨ ਨੇ ਰੱਖਣਾ ਉਹਨੇ। ਬਾਕੀ ਤਾਂ ਗੇੜੇ ਗੂੜੇ ਤਾਂ ਆਪਾਂ ਬਹੁਤ ਕੱਢਦੇ ਹਾਂ ਗੁਰਦੁਆਰਿਆਂ 'ਚ, ਔਰ 400-500 ਸਾਲਿਆਂ 'ਤੇ ਵੀ ਬੜੇ ਇਕੱਠ ਮੱਠ ਹੋਏ, ਪਰ ਹਾਲੇ ਤਾਈਂ ਤਾਂ ਆਪਾਂ ਜਟਾ ਜੂਟੇ ਹੀ ਨਹੀਂ ਬਣ ਸਕੇ। ਤੜਕੇ ਉੱਠ ਕੇ ਇਸ਼ਨਾਨ ਕਰਨਾ ਜਾਂ ਅੰਮ੍ਰਿਤ ਛਕਣਾ, ਨਿਤਨੇਮੀ ਪ੍ਰੇਮੀ ਹੋਣਾ, ਉਹਦਾ ਦੂਰ ਦੀਆਂ ਗੱਲਾਂ। ਨਸ਼ਿਆਂ ਦੇ ਬਹਿਣ, ਅਖਬਾਰਾਂ ਪੜ੍ਹ ਲਓ, ਉੱਥੇ ਆਹ ਹੋਇਆ ਉਹ ਹੋਇਆ, ਆਹ ਕੁਝ ਹੀ ਹੈ। ਇਸ ਵਾਸਤੇ ਮਹਾਰਾਜ ਨੇ ਕਿਹਾ ਜੰਤਿਆ, ਜਦੋਂ ਗੁਰੂ ਸਾਂਗ ਵਰਤਾਏਗਾ ਨਾ, ਬਿਰਲਾ ਸਿੱਖ ਲੱਗ ਜੂਗਾ, ਬਿਰਲਾ ਹੀ। ਅੱਜ ਐਸਾ ਸੰਸਾਰ ਦੇ ਉੱਤੇ ਵਾਤਾਵਰਨ, ਆ ਗੁਰੂ ਗ੍ਰੰਥ ਸਾਹਿਬ ਥਾਂ ਥਾਂ ਬੇਅਦਬੀਆਂ ਪਿੱਛੇ ਹੋਈਆਂ, ਉਹ ਮਹਾਰਾਜ ਦੀਆਂ ਬੇਅਦਬੀਆਂ ਦਾ ਸੰਤਾਪ ਸਾਰਾ ਸੰਸਾਰ ਭੋਗਣ ਡਿਆ। ਇਹ ਬੇਅਦਬੀ ਦਾ ਫਲ ਭੋਗ ਰਹੇ ਨਾ। ਬਿਮਾਰੀ ਆ ਗਈ, ਬਿਮਾਰੀ ਆਈ, ਇਹ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁਖ ਹੋਏ ਸਕੈ ਕਿਸ ਤੈ ਰੂਪ ਹੈ ਰੋਜ਼, ਕੀਤਾ ਕਿਸ਼ਨ ਹੋਵੇ ਲਿਖਿਆ ਧੁਰ ਸੰਜੋਗ, ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਬਿਓ। ਇਹ ਜਿਹੜਾ ਬੀਜ ਬੀਜਦੇ ਆ ਉਹੀ ਵੱਢਣਾ ਪੈ ਰਿਹਾ। ਹਾਲੇ ਵੀ ਕਿਤੇ ਸੋਝੀ ਆ ਜਾਏ ਫਿਰ ਤਾਂ ਮਹਾਰਾਜ ਮਿਹਰ ਕਰੇਗਾ, ਨਹੀਂ ਤਾਂ ਜਿਹੜੇ ਲੀਡਰ ਡੂਡਰਿਆ ਰੌਲਾ ਤਾਂ ਬਥੇਰਾ ਪਾਈ ਜਾਂਦੇ ਆ। ਬਹੁਤੀ ਬਿਮਾਰੀ ਤਾਂ ਇਹਨਾਂ ਨੇ ਖਿਲਾਰੀ ਹੋਈ ਹੈ। ਥਾਂ ਥਾਂ ਕਾਨਫਰੰਸਾਂ ਕਰ ਕਰ, ਲੋਕਾਂ ਦੇ ਇਕੱਠ ਕਰ ਕਰਕੇ ਧਾਰਮਿਕ ਪਾਸੇ ਦਾ ਰੋਕ ਛੋਕ ਕਰਦੇ ਆ, ਅਤੇ ਜਿੱਥੇ ਇਹਨਾਂ ਦਾ ਆਪਣਾ ਇਹ ਰੈਲੀਆਂ ਸ਼ੈਲੀਆਂ ਰੋਜ਼ ਕਰਦੇ ਆ। ਇਹ ਸਾਰੀ ਬਿਮਾਰੀ ਇਹਨਾਂ ਦੀ ਫੈਲਾਈ ਹੋਈ ਹੈ, ਉੱਧਰ ਨਹੀਂ ਰੋਕ ਕਰਦੇ। ਪਰ ਜਿੱਥੇ ਜਾ ਕੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ, ਗੁਨਾਹ ਬਖਸ਼ਾਉਣੇ ਆ, ਮਹਾਰਾਜ ਨੇ ਮਿਹਰ ਕਰਨੀ ਹੈ, ਉਸ ਪਾਸੇ ਸਾਡੀ ਸੁਰਤੀ ਵਿਰਤੀ ਹੈ ਨਹੀਂ। ਆਓ ਪਾਤਸ਼ਾਹ ਜੀ ਸਾਨੂੰ ਸੋਝੀ ਦਿੰਦੇ, ਜੇ ਬਚਨ ਮੰਨ ਲਈਏ ਇਹ ਤਾਂ ਤਰ ਜਾਵਾਂਗੇ, ਬੇੜਾ ਪਾਰ ਹੋ ਜਾਏਗਾ। ਜੇ ਮਨਮਰਜ਼ੀ ਕਰਾਂਗੇ ਉਹਦਾ ਫਲ ਭੋਗ ਰਹੇ ਹਾਂ, ਭੋਗਣਾ ਪਏਗਾ। ਵਸ ਕੀਤੇ ਜਿਨ ਸਗਲੇ ਜਗਤ, ਉਹ ਮਾਲਕ ਵਿੱਚ ਐਸੀ ਤਾਕਤ ਆ। ਆ ਬਿਮਾਰੀ ਜੇ ਭੇਜੀ, ਸਾਰੇ ਜੀਵ ਜੰਤ ਵਸ ਕੀਤੇ ਹੋਇਆ ਕਿ ਨਹੀਂ। ਇਹ ਲੋਕ ਐਸੀ ਉਹਦੀ ਕਲਾ, ਫਲੈਟਾਂ ਫਲੂਟਾਂ ਬੰਦ ਹੋਈਆਂ, ਕਿਵੇਂ ਨਾਕਾਬੰਦੀ ਹੈ, ਕਿਸ ਤਰ੍ਹਾਂ ਦੇ ਹਾਲਾਤ। ਉਹ ਪਰਮੇਸ਼ਰ ਦੀ ਲੀਲਾ ਬੜੀ ਅਸਚਰਜ ਹੈ। ਜਿਸ ਨੇ ਸਾਡੇ 'ਤੇ ਮਿਹਰ ਕਰਨੀ ਸੀ, ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਧੜਾ ਧੜ ਕਰਦੇ ਰਹੇ। ਇਹਨੇ ਕਿਰਪਾ ਕਰਨੀ ਸੀ, ਇਸ ਬਾਣੀ ਨੇ ਮਿਹਰ ਕਰਨੀ ਸੀ ਨਾ।
ਅਸੀਂ ਇੰਨੇ ਗਾਹਾਂ ਨਿਕਲ ਗਏ, ਇਹਨੂੰ ਮੈਂ ਨਹੀਂ ਬਖਸ਼ਿਆ। ਅਤੇ ਹੁਣ ਫਿਰ ਹੋਈ, ਹੁਣ ਉਹ ਫਲ ਤਾਂ ਭੋਗਣਾ ਹੀ ਆ ਨਾ। ਸੋ ਇਸ ਵਾਸਤੇ ਉਹ ਪਰਮਾਤਮਾ ਫਿਰ ਐਸੀ ਹੈ। ਆ ਜਿੱਲੇ ਉੱਥੇ ਲੜਾਈ ਹੋਈ ਗੁਰੂਸਰ ਮਹਾਰਾਜ, ਅਤੇ ਬੁਖਾਰ ਆ ਗਿਆ, ਕਿਸੇ ਨੂੰ ਪੇਚਿਸ ਆ ਗਈ, ਕਿਸੇ ਨੂੰ ਕੁਝ। ਇਹ ਬਿਮਾਰੀਆਂ ਬਮੂਰੀਆਂ ਵੀ ਉਹਦੇ ਹੱਥ 'ਚ ਹੀ ਹੈ। ਜਿਹੜੇ ਬਹੁਤਾ ਬੰਦਾ ਆਫਰਦਾ ਫਿਰ ਭੇਜ ਦਿੰਦਾ, ਉਹ ਫਿਰ ਹਉਮੈ ਤੋੜ ਦਿੰਦਾ। ਉਹਦੇ ਕੋਲ ਬੜੇ ਢੰਗ ਰੰਗ ਹੈਗੇ ਆ, ਉਹ ਬੜੀ ਤਰ੍ਹਾਂ ਦੀ ਖੇਲ ਜਾਂਦਾ। ਸੋ ਇਸ ਵਾਸਤੇ ਸਾਰੇ ਜੀਵ ਜੰਤੂ ਕਹਿੰਦੇ ਹੁਣ ਬਸ ਵਿੱਚ ਕੀਤੇ ਹੋਏ ਹਨ। ਚਰਨ ਕਮਲ ਨਾਨਕ ਸਰਣਾਈ। ਉਹ ਪੁਰਸ਼ ਤਨ ਜਿਹੜੇ ਹਉਮੈ ਤਿਆਗ ਕੇ ਗੁਰੂ ਮਹਾਰਾਜ ਦੇ ਚਰਨ ਕਮਲਾਂ ਦਾ ਪਿਆਰ ਪਾ ਕੇ, ਸ਼ਰਧਾ ਧਾਰ ਕੇ, ਉਹਦੀ ਸ਼ਰਨ ਵਿੱਚ ਆ ਕੇ ਆਪਣੇ ਗੁਨਾਹਾਂ ਦੀ ਖਿਮਾ ਮੰਗਦੇ ਹਨ। ਰਾਮ ਨਾਮ ਜਪ ਨਿਰਮਲ ਮੰਤ। ਇਹ ਪਰਮੇਸ਼ਰ ਦਾ ਨਾਮ ਨਿਰਮਲ ਮੰਤ ਆ। ਆ ਮੰਤਰੀ ਇਕੱਠੇ ਹੁੰਦੇ ਨਾ, ਅੱਜ ਅਸੀਂ ਜੀ ਫਲਾਨੀ ਸਲਾਹ ਕਰਾਂਗੇ, ਪਰ ਅਸਲੀ ਨਿਰਮਲ ਮੰਤ ਕਿਹੜਾ? ਬਾਕੀ ਤਾਂ ਸਲਾਹਾਂ ਸਲੂਹਾਂ ਦੇ ਵਿੱਚ ਕਈ ਕੁਝ ਹੈ, ਪਰ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ, ਇਹ ਵੱਡੀ ਸਲਾਹ ਹੈ। ਇਹ ਪਵਿੱਤਰ ਮੰਤਰ ਹੈ। ਇਹ ਮਨ ਨੂੰ, ਬਾਣੀ ਨੂੰ, ਸਰੀਰ ਨੂੰ ਸ਼ੁੱਧ ਔਰ ਪਵਿੱਤਰ ਕਰ ਦੇਣ ਵਾਲਾ ਹੈ। ਰਮੇ ਹੋਏ ਰਾਮ ਪਰਮਾਤਮਾ ਦਾ ਨਾਮ, ਇਹ ਨਿਰਮਲ ਮੰਤ। ਹੋਰ ਮੰਤਰ ਹੈ ਕਈ ਭੂਤਨਿਆਂ ਦੇ ਹੈ, ਕੋਈ ਇਸ ਤਰ੍ਹਾਂ ਭੈਰੋ ਆਦਿਕ, ਹੋਰ ਬਹੁਤ ਕੁਛ ਮੰਤਰ ਜੰਤਰ ਤੰਤਰ ਲੋਕ ਕਰਦੇ ਹੈ। ਪਰ ਅਸਲੀ ਮੰਤਰ ਕਿਹੜਾ? ਰਮੇ ਹੋਏ ਰਾਮ ਮੰਤਰ ਜਿਹੜੇ ਹੈ ਉਹ ਪਵਿੱਤਰ ਨਹੀਂ। ਇਸ ਵਾਸਤੇ ਭੂਤਾਂ ਜਾਣਤੀ ਭੂਤੇ ਜਿਆ, ਜਿਹੜੇ ਭੂਤਾਂ ਦੇ ਮੰਤਰ ਕਰਦੇ ਉਹ ਫਿਰ ਮਰ ਕੇ ਭੂਤ ਨਹੀਂ ਬਣਦੇ ਆ, ਜੀਂਦੇ ਵੀ ਉਹਨਾਂ ਦੀ ਭੂਤਨੇ ਵਾਲੀ ਕਿਰਿਆ ਹੁੰਦੀ ਹੈ। ਪੈਰੋ ਭੂਤ ਸੀਤਲਾ ਧਾਵੈ, ਖਰਵਾਹਨ ਉਛਾਰ ਅਡਾਵੈ, ਇਸ ਤਰ੍ਹਾਂ ਦੀ ਕਿਰਿਆ ਹੁੰਦੀ। ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ, ਬਲਦ ਚੜਾ ਡੌਰੂ ਡਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਾਰ ਹੋਏ ਅਵਤਰ। ਤੁਮ ਕਹੀਏ ਹੋ ਆਦਿ ਭਵਾਨੀ, ਮੁਕਤ ਕੀ ਵਰੀਆ ਕਹਾਂ ਛੁਪਾਨੇ। ਸੋ ਇਸ ਵਾਸਤੇ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਰੂਪੀ ਮੰਤਰ ਬੜਾ ਨਿਰਮਲ ਔਰ ਪਵਿੱਤਰ। ਇਹਨੂੰ ਜਪਾਂਗੇ, ਨਿਰਮਲਤਾ ਹੀ ਪਵਿੱਤਰਤਾ ਹੀ ਆਵੇਗੀ। ਇਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਹਨ। ਅਗਰ ਇਹਨਾਂ ਨੂੰ ਗ੍ਰਹਿਣ ਕਰਾਂਗੇ, ਸਾਡਾ ਲੋਕ ਪਰਲੋਕ ਸਫਲਾ ਸਹੇਲਾ ਹੋਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮਹਾਰਾਜ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 400 ਸਾਲਾ ਅਵਤਾਰ ਪੁਰਬ ਮਨਾਇਆ ਹੈ। ਮਹਾਰਾਜ ਨੂੰ ਅਨੰਤ ਵੇਰੀ ਨਮਸਕਾਰ ਹੈ। ਅੱਗੇ ਵੀ ਤੁਸੀਂ ਧਰਮ ਦੀ ਰਾਖੀ ਕੀਤੀ, ਹੁਣ ਵੀ ਤੁਸੀਂ ਰਾਖੀ ਕਰਨ ਲਈ ਸਮਰੱਥ ਹੋ। ਦਇਆ ਕਰੋ, ਆਪ ਦੇ ਬਚਨ ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਹੇ ਨਾ ਛੋੜੀਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਆਈ ਸੰਗਤ ਨੂੰ ਜੀ ਆਇਆਂ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਭ ਦਾ ਧੰਨਵਾਦ। ਖਾਲਸਾ ਪੰਥ ਏਕਤਾ ਭਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।